लोग जाने ही गीत है, लोग जाने ही गीत है। ये तो ब्रह्म विचार, ये तो ब्रह्म विचार। लोग जाने ही गीत है, लोग जाने ही गीत है, लोग जाने ही गीत है। खालसा वाहिगुरु जी की फतेह। अंग है 464। ਹੁਣ ਤੱਕ ਆਸਾ ਦੀ ਵਾਰ ਦੇ ਇੱਕ ਪੌੜੀ ਸੰਪੂਰਨ ਹੋਈ, ਜਿਹਦੇ ਵਿੱਚੋਂ ਪਹਿਲਾ ਸ਼ਬਦ ਨਾਨਕ ਪਾਤਸ਼ਾਹ ਦਾ ਵਿਸਮਾਦ ਵਾਲਾ ਪੜ੍ਹਿਆ ਤੇ ਦੂਜਾ ਆਰੰਭ ਕਰਨ ਲੱਗਿਆ ਦੂਜੀ ਪੌੜੀ ਦਾ ਸ਼ਬਦ। ਮਹੱਲਾ ਪਹਿਲਾ। ਕੁਦਰਤ ਦਿਸੈ ਕੁਦਰਤ ਸੁਣੀਐ, ਕੁਦਰਤ ਭਉ ਸੁਖ ਸਾਰ। महला पहला। कुदरत दिसै कुदरत सुनिए, कुदरत पाओ सुख सार। कुदरत पाताली आकाशी, कुदरत सर्व आकार। कुदरत वेद पुराण कतेबा, कुदरत सर्व विचार। कुदरत खाना पीना पहनन, कुदरत सर्व प्यार। कुदरत जाति जिनसी रंगी, कुदरत जी जहान। कुदरत नेकियां कुदरत बदियां, कुदरत मान अभिमान। कुदरत पान पानी बैसंतर, कुदरत तरती खाक। सब तेरी कुदरत तू कादिर करता, पाकी नाई पाक। नानक हुक्मै अंदर वेखै, नानक हुक्मै अंदर वेखै। वरतै ताको ताक, ताको ताक। महला पहला। कुदरत दिसै कुदरत सुनिए, कुदरत भौ सुख सार। कुदरत पाताली आकाशी, कुदरत सर्ब आकार। ਕਿਉਂਕਿ ਇਸ ਤੋਂ ਪਹਿਲਾਂ ਵਿਸਮਾਦ ਦਾ ਮਹਾਰਾਜ ਸ਼ਬਦ ਦੇ ਆਏ ਨੇ ਕਿ ਧਾਰਮਿਕ ਖੇਤਰ ਦੇ ਵਿੱਚ ਵਿਸਮਾਦ ਆਮ ਚੀਜ਼ਾਂ ਵਾਪਰਦੀਆਂ, ਜਿਨ੍ਹਾਂ ਨੂੰ ਵੇਖ ਕੇ ਕੁਦਰਤ ਨਾਲ ਜੁੜ ਕੇ ਬੰਦਾ ਵਿਸਮਾਦ ਵਿੱਚ ਹੈਰਾਨੀ ਵਿੱਚ ਚਲਾ ਜਾਂਦਾ ਹੈ ਤੇ ਉਸ ਹੈਰਾਨੀ ਵਿੱਚੋਂ ਬਹੁਤ ਸਾਰੇ ਧਾਰਮਿਕ ਲੋਕਾਂ ਨੇ ਭਰਮ ਪੈਦਾ ਕਰ ਲਏ। ਉਹਨਾਂ ਭਰਮਾਂ ਨੂੰ ਤੋੜਨ ਵਾਸਤੇ ਮਹਾਰਾਜ ਨੇ ਫਿਰ ਇਹ ਸ਼ਬਦ ਆਰੰਭ ਕੀਤਾ ਕਿ ਭਾਈ ਸਾਰਾ ਕੁਝ ਹੀ ਉਹਦੀ ਕੁਦਰਤ ਵਿੱਚ ਹੈ, ਉਹਦੇ ਨਿਯਮ ਵਿੱਚ ਹੈ। ਕੁਦਰਤ ਤੋਂ ਭਾਵ ਉਹ ਸਾਰੀ ਕਾਇਨਾਤ ਜੋ ਉਸ ਮਹਾਰਾਜ ਨੇ, ਉਸ ਕਾਦਰ ਨੇ ਬਣਾਈ ਹੈ, ਇਹ ਸਾਰਾ ਕੁਝ ਇੱਕ ਨਿਯਮ ਵਿੱਚ ਹੋ ਰਿਹਾ ਹੈ। ਇਹ 'ਚ ਹੈਰਾਨੀ ਵਾਲੀ ਕੋਈ ਗੱਲ ਨਹੀਂ, ਕਿਉਂਕਿ ਜਦੋਂ ਬੱਚਾ ਪਹਿਲੀ ਵਾਰ ਨਿਕਲਦਾ ਨਾ ਬਾਹਰ, ਉਹ ਮੇਲੇ 'ਚ ਵੇਖ ਕੇ ਬੜਾ ਹੈਰਾਨ ਹੁੰਦਾ ਹੈ। ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ, ਉਹ ਨਵੀਆਂ ਨਵੀਆਂ ਚੀਜ਼ਾਂ ਨੂੰ ਜਦੋਂ ਵੇਖਦਾ ਤਾਂ ਹੈਰਾਨ ਹੁੰਦਾ ਹੈ। ਜਿਉਂ-ਜਿਉਂ ਉਹਨੂੰ ਪਤਾ ਲੱਗਦਾ ਕਿ ਇਹ ਤਾਂ ਕੁਦਰਤ ਹੈ, ਸਭ ਆਟੋਮੈਟਿਕਲੀ ਹੋਣਾ ਹੀ ਸੀ, ਇੰਝ ਇਹ ਇੰਝ ਹੀ ਚੱਲ ਰਿਹਾ ਹੈ, ਇਸ ਤਰ੍ਹਾਂ ਹੀ ਹੋਏਗਾ, ਉਹ ਫਿਰ ਉਹਦੇ ਅੰਦਰ ਹੌਲੀ ਹੌਲੀ ਸਹਿਜ ਵਰਤ ਜਾਂਦਾ ਹੈ। ਇਸ ਧਾਰਮਿਕ ਖੇਤਰ ਦੇ ਵਿੱਚ ਮਹਾਰਾਜ ਨੇ ਇੱਧਰ ਨੂੰ ਸਾਨੂੰ ਧਿਆਨ ਦਿਵਾਇਆ
ਕਿ ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖ ਸਾਰਾ। ਇਹ ਜਿਹੜਾ ਵੇਖਣਾ ਹੈ ਸੁਣਨਾ ਹੈ, ਇਹ ਸਾਰਾ ਕੁਦਰਤ ਦਾ ਨਿਯਮ ਹੈ। ਉਹਦੇ ਭਾਉ ਵਿੱਚ ਰਹਿ ਕੇ ਹੀ ਸੁੱਖਾਂ ਦਾ ਸਭ ਤੋਂ ਸ੍ਰੇਸ਼ਟ ਸੁੱਖ ਹੈ ਕੁਦਰਤ ਦੇ ਨਜ਼ਦੀਕ ਹੋ ਕੇ ਰਹਿਣਾ। ਕੁਦਰਤ ਪਾਤਾਲੀ ਆਕਾਸ਼ੀ ਕੁਦਰਤ ਸਰਬ ਆਕਾਰ। ਉਸ ਮਾਲਕ ਦੀ ਕੁਦਰਤ, ਉਹਦਾ ਨਿਯਮ ਕਹਿੰਦੇ ਵੇਖੋ ਪਾਤਾਲਾਂ ਵਿੱਚ, ਆਕਾਸ਼ ਵਿੱਚ, ਭਾਵ ਸਾਰੇ ਜੋ ਆਕਾਰ ਨਜ਼ਰ ਆਉਂਦੇ ਨੇ ਸਾਰੇ ਹੀ ਉਹਦੀ ਨਿਯਮ ਦੇ ਅਧੀਨ ਨੇ। ਕੁਦਰਤ ਵੇਦ ਪੁਰਾਣ ਕਤੇਬਾਂ ਕੁਦਰਤ ਸਰਬ ਵਿਚਾਰ। ਜਿੰਨੇ ਵੀ ਧਾਰਮਿਕ ਪੁਸਤਕਾਂ ਲਿਖੀਆਂ ਗਈਆਂ ਉਹ ਸਾਰੇ ਉਸ ਕਾਦਰ ਦੀ ਕਾਇਨਾਤ ਦੇ ਵਿੱਚ ਇੱਕ ਨਿਯਮਬੱਧ ਹੋ ਕੇ ਲਿਖੀਆਂ ਗਈਆਂ ਨੇ। ਸਾਰਾ ਹੀ ਸਰਬ ਵਿਚਾਰ ਤੋਂ ਭਾਵ ਜੋ ਕੋਈ ਵੀ ਵਿਚਾਰ ਆਏ ਉਸ ਕੁਦਰਤ ਦੇ ਅਧੀਨ ਨੇ। ਕੁਦਰਤ ਖਾਣਾ ਪੀਣਾ ਪਹਿਨਣਾ ਕੁਦਰਤ ਸਰਬ ਪਿਆਰ। ਇਹ ਖਾਣਾ ਪੀਣਾ ਪਹਿਨਣਾ ਸਾਰਿਆਂ ਨਾਲ ਪ੍ਰੇਮ ਦੀ ਅਵਸਥਾ ਜਿਹੜੀ ਬਣ ਜਾਂਦੀ, ਮਤਲਬ ਕਹਿੰਦੇ ਸਾਰੇ ਦੀ ਸਾਰੀ ਇਹ ਕੁਦਰਤੀ ਨਿਯਮ ਹੈ ਉਸ ਮਾਲਕ ਦਾ। ਕੁਦਰਤ ਜਾਸੀ ਜਿਣਸੀ ਰੰਗੀ ਕੁਦਰਤ ਜੀ ਜਹਾਨ। ਜਿੰਨੇ ਵੀ ਇਸ ਸੰਸਾਰ ਦੇ ਉੱਤੇ ਜਿੰਨੀਆਂ ਕਿਸਮਾਂ ਨੇ ਵੰਨਗੀਆਂ ਨੇ ਸਾਰੀਆਂ ਵਿੱਚ ਉਹਨਾਂ ਵਿੱਚ ਕੁਦਰਤ ਕੰਮ ਕਰਦੀ ਪਈ ਹੈ। ਉਹ ਆਪ ਉਹਦੇ ਨਿਯਮ ਕੰਮ ਕਰਦੇ ਨੇ। ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ। ਕੁਝ ਪੁਰਸ਼ ਚੰਗੇ ਨੇ ਕੁਝ ਮਾੜੇ ਨੇ, ਕੁਝ ਨੂੰ ਮਾਣ ਮਿਲਦਾ ਹੈ, ਕਈ ਹੰਕਾਰੀ ਨੇ। ਕਹਿੰਦੇ ਇਹ ਸਾਰਾ ਕੁਝ ਹੀ ਇੱਕ ਨਿਯਮਬੱਧ ਹੋ ਰਿਹਾ ਹੈ। ਕਿਉਂ ਹੋ ਰਿਹਾ ਹੈ? ਉਹੀ ਉਹ ਬੰਦਾ ਜਿਹੜਾ ਪਹਿਲਾਂ ਨੇਕ ਸੀ ਉਹ ਆਪਣਿਆਂ ਖਿਆਲਾਂ ਕਰਕੇ ਉਹਨਾਂ ਵਿਚਾਰਾਂ ਕਰਕੇ ਜਿਉਂ-ਜਿਉਂ ਉਹ ਕੁਦਰਤ ਵਿੱਚ ਜਿਹੜੇ ਕੁਝ ਲੰਘਿਆ ਕਹਿੰਦੇ ਉਹ ਬਦੀ ਹੋ ਗਿਆ, ਭੈੜਾ ਵੀ ਹੋ ਸਕਦਾ। ਜਿਹੜਾ ਭੈੜਾ ਸੀ ਉਹ ਚੰਗਾ ਵੀ ਹੋ ਗਿਆ। ਇਹ ਸਾਰਾ ਕੁਝ ਇੱਕ ਕੁਦਰਤ ਦਾ ਨਿਯਮ ਹੈ। ਪਾਣੀ ਜਿਸ ਤਰ੍ਹਾਂ ਵੇਖੋ, ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਿਆ ਕਿ ਅਸੀਂ ਪਾਣੀ ਵਰਗੇ ਹਾਂ। ਉਹਨੂੰ ਜਿਹੋ ਜਿਹੀ ਸੰਗਤ ਮਿਲਦੀ ਹੈ ਉਹ ਜਿਹਾ ਹੋ ਜਾਂਦਾ ਹੈ। ਇਹ ਕੁਦਰਤ ਦਾ ਨਿਯਮ ਹੈ। ਉਹ ਜਦੋਂ ਸਮੁੰਦਰ ਸੀ ਲਹਿਰਾਂ 'ਚ ਸੀ, ਸ਼ਾਂਤ ਸੀ, ਵੈਪੋਰਾਈਟ ਹੋ ਕੇ ਉੱਠਿਆ ਬੱਦਲ ਬਣ ਗਿਆ, ਹੈ ਪਾਣੀ ਹੋਈ। ਪਹਾੜਾਂ ਤੇ ਗਿਆ ਠੰਡ ਨਾਲ ਜੁੜਿਆ, ਠੰਡਕ ਨਾਲ ਬਰਫ਼ ਬਣ ਗਿਆ। ਥੱਲੇ ਨੂੰ ਵਗਿਆ ਦਰਿਆ ਬਣ ਗਿਆ। ਨਦੀਆਂ ਨਾਲੀਆਂ ਟੋਭਿਆਂ 'ਚ ਆਇਆ ਸੜੇਹੰਦ ਮਾਰਨ ਲੱਗ ਪਈ। ਗੱਲ ਇੰਨੀ ਹੋਈ ਹੈ ਸਾਰੀ। ਮੈਂ ਕਹਿੰਦਾ ਸਾਰਿਆਂ 'ਚ ਵਰਤ ਕੁਦਰਤੀ ਰਹੀ ਹੈ ਸਾਰੀ, ਭਾਵੇਂ ਕੋਈ ਮਨੁੱਖ ਚੰਗਾ ਭਾਵੇਂ ਕੋਈ ਮਾੜਾ ਹੈ। ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ। ਉਹਦੀ ਕੁਦਰਤ ਹਵਾ ਵਿੱਚ ਵੀ ਹੈ, ਪਾਣੀ ਬੈਸੰਤਰ ਅੱਗ। ਮਾਰਾਂਗੇ ਧਰਤੀ ਇਸ ਮਿੱਟੀ ਵਿੱਚ ਉਹਦਾ ਵਰਤਾਰਾ ਵਰਤ ਰਿਹਾ ਹੈ। ਵੇਖੋ ਮਿੱਟੀਆਂ ਨੇ ਜਿਹੜੀਆਂ, ਖਾਕ ਜਿਹੜੀ ਕਿੰਨੀ ਵੰਨਗੀ ਦੀ ਹੈ। ਜੇ ਅਸੀਂ ਕਹੀਏ ਕਪਾਹ ਅਸੀਂ ਟਿੱਬਿਆਂ ਤੇ ਲਾ ਦਿਆਂਗੇ ਨਹੀਂ ਲੱਗ ਸਕਦੀ। ਉਹਦੀ ਕੁਦਰਤ ਦਾ ਇੱਕ ਨਿਯਮ ਹੈ ਕਿੱਥੇ ਲੱਗੇਗੀ, ਆਹ ਚੀਜ਼ ਕਿੱਥੇ ਪੈਦਾ ਹੋਏਗੀ, ਇਹ ਰੁੱਖ ਕਿੱਥੇ ਲੱਗੇਗਾ। ਇਹ ਸਾਰਾ ਕੁਝ ਉਹਦੀ ਕੁਦਰਤ ਵਰਤ ਰਹੀ ਹੈ। ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ। ਅਖੀਰ ਵਿੱਚ ਮਹਾਰਾਜ ਨੇ ਸਮਝਾਇਆ, ਹੈਰਾਨ ਹੋਣ ਵਾਲੀ ਕਿਹੜੀ ਗੱਲ ਹੈ ਇਹਦੇ ਵਿੱਚ ਭਾਈ। ਸਾਰੀ ਕੁਦਰਤ ਹੀ ਕਹੇ ਪ੍ਰਭੂ ਤੇਰੀ ਹੈ, ਤੂੰ ਕਾਦਰ ਹੈ, ਇਹਦਾ ਕਰਤਾ ਹੈ ਤੂੰ ਆਪ, ਇਹਨੂੰ ਬਣਾਉਣ ਵਾਲਾ ਹੈ। ਪਾਕੀ ਨਾਈ ਪਾਕ, ਉਹ ਪਵਿੱਤਰ ਹੈ। ਤੇਰਾ ਨਾਮ ਜਿਹੜਾ ਹੈ ਪਵਿੱਤਰ ਹੈ, ਤੇਰੇ ਨਾਮ ਕਰਕੇ ਸਾਰਾ ਕੁਝ ਹੀ ਪਵਿੱਤਰ ਹੈ। ਤਾਂ ਹੀ ਮਰਗ ਨੇ ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਰੱਖਿਆ। ਤੇ ਅਖੀਰ ਵਿੱਚ ਫਿਰ ਆਖਰੀ ਲਾਈਨ ਵਿੱਚ ਮਹਾਰਾਜ ਨੇ ਆਪਣਾ ਫੈਸਲਾ ਦਿੰਦੇ ਨੇ, ਨਾਨਕ ਹੁਕਮੈ ਅੰਦਰ ਵੇਖੈ ਵਰਤੈ ਤਾਕੋ ਤਾਕ। ਕਿਉਂਕਿ ਸਾਰਾ ਕੁਝ ਹੀ ਉਹਦੇ ਹੁਕਮ ਵਿੱਚ ਹੋ ਰਿਹਾ ਹੈ। ਉਹ ਵਾਹਿਗੁਰੂ ਅਕਾਲ ਪੁਰਖ ਜੀ ਆਪ ਵੇਖ ਰਹੇ ਨੇ। ਕਹਿੰਦੇ ਵੇਖੈ ਤਾਕੋ ਤਾਕ ਭਾਵ ਪੂਰੀ ਤੱਕ ਕੇ, ਪੂਰੀ ਨਿਗਾਹ ਨਾਲ, ਪੂਰੇ ਧਿਆਨ ਨਾਲ ਉਹ ਹਰ ਚੀਜ਼ ਨੂੰ ਵੇਖ ਰਿਹਾ। ਇਹ ਨਹੀਂ ਕਿ ਉਹਦਾ ਕਿਸੇ ਵੱਲ ਧਿਆਨ ਨਹੀਂ ਹੈ। ਉਹ ਸੰਸਾਰ ਦੇ ਉੱਤੇ ਜੋ ਵੀ ਚੀਜ਼ ਉਹਨੇ ਪੈਦਾ ਕੀਤੀ ਉਹਦੇ ਵੱਲ ਉਸ ਵਾਹਿਗੁਰੂ ਅਕਾਲ ਪੁਰਖ ਜੀ ਦਾ ਪੂਰਾ ਧਿਆਨ ਹੈ, ਭਾਵ ਉਹਦੇ ਵੱਲ ਪੂਰੀ ਨਿਗਾਹ ਹੈ ਉਹਦੀ। ਹਾਂਜੀ। ਪੌੜੀ ਆਪੀ ਨੇ ਭੋਗ ਭੋਗ ਕੈ, ਆਪੀ ਨੇ ਭੋਗ ਭੋਗ ਕੈ, ਹੋਏ ਪਸਮੜ ਪੌਰ ਸਿਧਾਇਆ, ਪਸਮੜ ਪੌਰ ਸਿਧਾਇਆ। ਵੱਡਾ ਹੋਆ ਦੁਨੀਦਾਰ, ਗਲ ਸੰਗਲ ਕਤ ਚਲਾਇਆ, ਅੱਗੇ ਕਰਨੀ
ਕੀਰਤ ਵਾਚੀਐ ਬਹਿ ਲੇਖਾ ਕਰ ਸਮਝਾਇਆ ਥਾਉ ਨ ਹੋਵੀ ਪਉਦਈ ਹੁਣ ਸੁਣੀਏ ਕਿਆ ਰੂ ਆਇਆ ਮਨ ਅੰਦਰ ਜਨਮ ਗਵਾਇਆ ਪੌੜੀ ਆਪੀ ਨੈ ਭੋਗ ਭੋਗ ਕੈ ਹੋਏ ਭਰਸਮੜ ਭੌਰ ਸਿਧਾਇਆ ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ। ਇੱਥੇ ਮਰਜ ਜਿਹੜੇ ਪਦਾਰਥਵਾਦੀ ਲੋਕ ਨੇ ਉਹਨਾਂ ਦੀ ਗੱਲ ਕਰਦੇ ਨੇ ਕਿ ਵੱਡਾ ਹੋਆ ਆਪੀ ਨੇ ਭੋਗ ਭੋਗ ਕੇ ਆਪਣੇ ਭੋਗ ਭੋਗ ਕੇ ਸਾਰੇ ਪਦਾਰਥਾਂ ਦੇ ਹੋਏ ਭਸਮੜ ਤੋਂ ਭਾਵ ਸਵਾਹ ਦਾ ਢੇਰ ਬਣ ਗਏ। ਭੌਰ ਜਿਹੜਾ ਅੰਦਰ ਭੌਰ ਸੀ ਜਿਹਨੂੰ ਅਸੀਂ ਆਤਮਾ ਕਹਿੰਦੇ ਆ ਮਨ ਕਹਿੰਦੇ ਆ ਕਹਿੰਦੇ ਵੇਖੋ ਇਸ ਸੰਸਾਰ ਤੋਂ ਚਲਾ ਗਿਆ ਬਾਕੀ ਮਿੱਟੀ ਦਾ ਢੇਰ ਰਹਿ ਗਿਆ ਸਾਰਾ। ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ। ਵੱਡਾ ਹੋਣਾ ਆਪਾਂ ਕਹਿੰਦੇ ਫਲਾਣਾ ਵੱਡਾ ਹੋ ਗਿਆ ਵੱਡਾ ਹੁਣ ਤੋਂ ਭਾਵ ਮਰ ਜਾਣਾ ਮਿਕੇਲਿਆ। ਇਹ ਸੰਸਾਰ ਤੋਂ ਜਦੋਂ ਵੱਡਾ ਹੋ ਕੇ ਗਿਆ ਭਾਵ ਬੜਾ ਕੁਝ ਭੋਗ ਕੇ ਗਿਆ ਆਮ ਕਰਕੇ ਬਜ਼ੁਰਗਾਂ ਨੂੰ ਆਪਾਂ ਕਹਿੰਦੇ ਇਹਨੂੰ ਵੱਡਾ ਕਰ ਦਿਓ ਵੀ ਬੜਾ ਕੁਝ ਭੋਗ ਕੇ ਗਿਆ ਪਦਾਰਥਾਂ ਨੂੰ। ਇਸ ਕਰਕੇ ਕਹਿੰਦੇ ਗਲ ਸੰਗਲ ਘੱਤ ਚਲਾਇਆ। ਗਲ ਸੰਗਲ ਕਿਹੜੇ ਪਏ ਨੇ ਗਲ 'ਚ ਗਲ ਸੰਗਲ ਲੱਲੇ ਥੱਲੇ ਔਂਕੜ ਪਾਇਆ ਮਾਰੇ ਨੇ ਕਿਹੜੇ ਸੰਗਲ ਨੇ ਕਿਹੜੇ ਸੰਗਲ ਪੈ ਗਏ ਉਹਦੇ ਗਲ ਵਿੱਚ ਮੋਹ ਤੇ ਮਾਇਆ ਦੇ ਪਦਾਰਥਾਂ ਦੇ ਰਸਾਂ ਦੇ ਕਹਿੰਦੇ ਘੱਤ ਚਲਾਇਆ ਲੈ ਗਏ ਉਹੀ ਉਹਨੂੰ। ਅੱਗੇ ਕਰਨੀ ਕੀਰਤ ਵਾਚੀ ਹੈ ਅੱਗੇ ਕੀ ਵਾਚਿਆ ਜਾਏਗਾ ਅੱਗੇ ਕੀ ਖੋਜਿਆ ਜਾਏਗਾ ਕੀ ਪੁੱਛਿਆ ਜਾਏਗਾ ਕੀ ਕਰਕੇ ਆਏ ਹੋ ਕੀ ਸਿਫਤ ਸਲਾਹ ਕੀਤੀ ਤੁਸੀਂ ਉਸ ਮਾਲਕ ਦੀ ਤੁਹਾਡੇ ਉਸ ਮਾਲਕ ਨਾਲ ਕੀ ਸੰਬੰਧ ਰਹੇ ਪ੍ਰਭੂ ਨਾਲ ਕਹਿੰਦੇ ਅੱਗੇ ਤਾਂ ਇਹ ਵਾਚਿਆ ਜਾਏਗਾ ਉੱਥੇ ਇਹ ਨਹੀਂ ਵਾਚਿਆ ਜਾਏਗਾ ਤੇਰੇ ਕੋਲ ਜ਼ਮੀਨ ਕਿੰਨੀ ਸੀ ਤੂੰ ਕਿਹੜੀ ਜਾਤ ਦਾ ਕਿਹੜੇ ਰੰਗ ਦਾ ਕਿਹੜੇ ਨਸਲ ਦਾ ਕਿਹੜੇ ਸ਼ਹਿਰ ਦਾ ਤੇ ਕਿਹੜੇ ਦੇਸ਼ ਦਾ ਉੱਥੇ ਨਹੀਂ ਪੁੱਛਿਆ ਜਾਏਗਾ। ਕਹਿੰਦੇ ਅੱਗੇ ਕਰਨੀ ਕੀਰਤ ਵਾਚੀ ਹੈ ਬਹਿ ਲੇਖਾ ਕਰ ਸਮਝਾਇਆ ਕਿਤੇ ਬਿਠਾ ਕੇ ਪਿਆਰ ਨਾਲ ਨਾਲੇ ਸਮਝਾ ਦਿੱਤਾ ਜਾਏਗਾ ਵੀ ਆਹ ਤੇਰੀਆਂ ਗਲਤੀਆਂ ਨੇ। ਉੱਥੇ ਨਹੀਂ ਮੁੱਕਰਦਾ ਉੱਥੇ ਸੱਚੋ ਹੀ ਸੱਚ ਨਿਬੜਿਆ। ਹੁਣ ਵੱਖ ਕੱਢਿਆ ਜਜਮਾਲੇ ਥੌਨ ਪਾਇਨ ਕੂੜਿਆਰ ਮੂੰਹ ਕਾਲੇ ਦੋਜਕ ਚਾਲਿਆ ਤੇਰੇ ਨਾਏ ਰੱਤੇ ਸੇਜਣ ਗਏ ਹਾਰ ਗਏ ਠੱਗਣ ਵਾਲੇ ਆ। ਇੱਥੇ ਵੀ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਨੇ ਸਪਸ਼ਟ ਫੈਸਲੇ ਕੀਤੇ ਨੇ। ਥਾਉ ਨਾ ਹੋਵੀ ਪਉਦੀ ਹੁਣ ਸੁਣੀਐ ਕਿਆ ਰਵਾਇਆ। ਇੱਥੇ ਪਉਦੀ ਤੋਂ ਭਾਵ ਹੈ ਹੁਣ ਜੁੱਤੀਆਂ ਪੈਂਦੀਆਂ ਨੂੰ ਫਿਰ ਥਾਂ ਨਹੀਂ ਲੱਭਦੀ ਜਦੋਂ ਫਿਰ ਛਿੱਤਰ ਪੈਂਦੇ ਨੇ ਉੱਥੇ ਕਹਿੰਦੇ ਫਿਰ ਥਾਂ ਨਹੀਂ ਲੱਭਦੀ ਹੁਣ ਰੋਂਦਾ ਹੁਣ ਕੀ ਪੱਲੇ ਪੈਣਾ ਹੁਣ ਤੇ ਕਾਰਾ ਜਿਹੜਾ ਕੋਈ ਕਰਨਾ ਸੀ ਹੁਣ ਤੇ ਪੱਲੇ ਰੋਣਾ ਪੱਲੇ ਪੈ ਗਿਆ ਕਿਉਂਕਿ ਸੰਸਾਰ ਤੇ ਜਾਣਾ ਸਭ ਨਹੀਂ ਹੈ। ਜਦੋਂ ਗੁਰਮੁਖ ਸੰਸਾਰ ਤੋਂ ਜਾਂਦਾ ਹੈ ਉਸ ਸ਼ੁਕਰਾਨੇ ਨਾਲ ਜਾਂਦਾ ਹੈ ਤੇ ਮਨਮੁਖ ਪੱਲੇ ਰੋਣਾ ਤੇ ਪਛਤਾਵਾ ਲੈ ਕੇ ਜਾਂਦਾ। ਹੋਰ ਉਹਦੀ ਗੱਲ ਕਰਦੇ ਪਏ ਨੇ ਗੁਰੂ ਨਾਨਕ ਪਾਤਸ਼ਾਹ ਕਿ ਹੁਣ ਭਾਈ ਸੁਣੀਏ ਕਿਆ ਰਵਾਇਆ ਮਨ ਅੰਦਰ ਜਨਮ ਗਵਾਇਆ। ਮਨ ਦੇ ਹਨੇਰੇ ਕਰਕੇ ਮਨ ਦੀ ਅਗਿਆਨਤਾ ਕਰਕੇ ਅੰਨਾ ਹੋਇਆ ਫਿਰਦਾ ਸੀ ਕਹਿੰਦੇ ਪਦਾਰਥਾਂ ਵਿੱਚ ਇਹ ਜਨਮ ਮੰਮੇ ਥੱਲੇ ਔਂਕੜ ਪਾਇਆ ਮਹਾਰਾਜ ਨੇ ਵੇਖੋ ਇਹ ਮਨੁੱਖਾ ਜਨਮ ਮਿਲਿਆ ਸੀ ਬੜਾ ਵਧੀਆ ਕਹਿੰਦੇ ਗਵਾ ਬੈਠਾ। ਹਾਂਜੀ ਸ਼ਲੋਕ ਮਹੱਲਾ ਪਹਿਲਾ ਭੈ ਵਿੱਚ ਪਵਨ ਵਹੈ ਸਦਵਾਓ ਭੈ ਵਿੱਚ ਚੱਲੇ ਲਖ ਦਰਿਆਓ ਭੈ ਵਿੱਚ ਅਗਨ ਕੱਢੈ ਵੇਗਾਰ ਭੈ ਵਿੱਚ ਧਰਤੀ ਦੱਬੀ ਪਾਰ ਭੈ ਵਿੱਚ ਇੰਦ ਫਿਰੈ ਸਿਰ ਪਾਰ ਭੈ ਵਿੱਚ ਰਾਜਾ ਧਰਮ ਦੁਆਰ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋਹ ਕਰੋੜੀ ਚਲਤ ਨਯੰਤ ਭੈ
सिद्ध बुद्ध सुरनाथ पै विच आडाणे आकाश पै विच जोध महाबल सूर पै विच आवे जावे पूर सगलियां पौ लिखिया सिर लेख नानक निरपो निरंकार सच एक ਸ਼ਲੋਕ ਮਹੱਲਾ ਪਹਿਲਾ। ਭੈ ਵਿੱਚ ਪਵਣ ਵਹਿ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ। ਕਿਉਂਕਿ ਮਨੁੱਖ ਨੇ ਕੁਦਰਤ ਤੋਂ ਭੈਭੀਤ ਹੋ ਕੇ ਕੁਦਰਤ ਦੇ ਸੋਮਿਆਂ ਨੂੰ ਹੀ ਮੰਨਣਾ ਸ਼ੁਰੂ ਕਰ ਦਿੱਤਾ। ਕਿਉਂਕਿ ਮਨੁੱਖ ਜਿਹਦੇ ਕੋਲੋਂ ਡਰਦਾ ਸੀ ਉਹਨੂੰ ਪੂਜਣ ਲੱਗ ਪੈਂਦਾ। ਹਵਾ ਦੇਵਤਾ ਹੋ ਗਈ, ਅੱਗ ਦੇਵਤਾ ਹੋ ਗਈ, ਪਾਣੀ ਦੇਵਤਾ ਹੋ ਗਿਆ, ਇਹ ਸੂਰਜ ਦੇਵਤਾ ਹੋ ਗਿਆ, ਚੰਦਰਮਾ ਦੇਵਤਾ ਹੋ ਗਿਆ, ਮੰਨਣ ਲੱਗ ਪਿਆ। ਡਰਦਾ ਸੀ ਕਿਉਂਕਿ ਉਹਦੀ ਨਿਜ਼ਮ ਨੂੰ ਨਾ ਸਮਝ ਸਕਿਆ। ਮਹਾਰਾਜ ਨੇ ਸਮਝਾਇਆ ਕਿ ਇਹ ਤੇ ਸਾਰੇ ਹੀ ਉਹਦੇ ਭੈ 'ਚ ਨੇ। ਜਿਨ੍ਹਾਂ ਨੂੰ ਤੁਸੀਂ ਪੇ ਪੂਜਦੇ ਹੋ ਨਾ, ਜਿਨ੍ਹਾਂ ਨੂੰ ਤੁਸੀਂ ਪੇ ਮੰਨਦੇ ਹੋ, ਉਹ ਤੇ ਆਪ ਉਹਦੇ ਭੈ ਵਿੱਚ ਨੇ। ਉਸ ਮਾਲਕ ਦੇ, ਉਸ ਪ੍ਰਭੂ ਦੇ, ਨਿਰੰਕਾਰ ਦੇ ਭੈ ਵਿੱਚ ਨੇ ਸਾਰੇ। ਮਹਾਰਾਜ ਕਹਿੰਦੇ, ਸਮਝਾਉਂਦੇ ਪਏ ਆ ਸਾਰੀ ਜਿਹੜੀ ਵਾਰ ਹੈ ਨਾ ਸਾਡੇ ਅੰਦਰੋਂ ਭਰਮ, ਭੁਲੇਖੇ, ਵਹਿਮ ਉਹ ਕੱਢਦੀ ਹੈ। ਭੈ ਵਿੱਚ ਪਵਨ ਵਹਿ ਸਦਵਾਓ, ਇਹ ਹਮੇਸ਼ਾ ਵਹਿਣ ਵਾਲੀ ਜਿਹੜੀ ਹਵਾ ਹੈ ਲਗਾਤਾਰ, ਇਹ ਵੀ ਉਸ ਪ੍ਰਭੂ ਦੇ, ਉਸ ਮਾਲਕ ਦੇ, ਉਸ ਨਿਰੰਕਾਰ ਜੀ ਦੇ ਭੈ ਵਿੱਚ ਚੱਲ ਰਹੀ। ਇੱਕ ਡਿਸਿਪਲਿਨ 'ਚ ਹੈ ਉਹਦਾ, ਉਹਦੇ ਡਰ ਥੱਲੇ ਹੈ। ਭੈ ਵਿੱਚ ਚੱਲੈ ਲੱਖ ਦਰਿਆਓ, ਲੱਖਾਂ ਦਰਿਆ ਜਿਨ੍ਹਾਂ ਨੂੰ ਤੁਸੀਂ ਤਟਾਂ 'ਤੇ ਜਾ ਕੇ ਪੂਜਦੇ ਹੋ, ਕਹਿੰਦੇ ਉਸ ਨੂੰ ਉਹਦੇ ਅਧੀਨ ਨੇ। ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ। ਇਹ ਅੱਗ ਜਿਹਨੂੰ ਅਗਨ ਦੇਵਤਾ ਆਖਦੇ ਹੋ, ਕਹਿੰਦੇ ਵੇਖੋ ਉਹ ਵੀ ਉਹਦੇ ਭੈ ਵਿੱਚ ਹੈ, ਅੱਗ ਵੀ ਉਹਦੇ ਭੈ ਵਿੱਚ ਹੈ। ਉਹਦੀ ਵਿਗਾਰ ਕਰਦੀ, ਵਿਗਾਰ ਕਰਨੀ ਗੁਲਾਮੀ ਕਪਈ ਕਰਦੀ ਹੈ। ਭੈ ਵਿੱਚ ਧਰਤੀ ਦੱਬੀ ਭਾਰ, ਇਸ ਜਿਹੜੀ ਧਰਤੀ ਦੱਬੀ ਹੋਈ ਹੈ ਇੱਕ ਜਗ੍ਹਾ, ਜਿਹਨੂੰ ਅੱਜ ਦੀ ਭਾਸ਼ਾ 'ਚ ਮੈਂ ਕਹਿੰਦੇ ਹਾਂ, ਇਹ ਸਾਰਾ ਕੁਝ ਗ੍ਰੈਵਿਟੀ ਦੇ ਅਧੀਨ ਹੈ, ਕੁਦਰਤ ਦੇ ਨਿਜ਼ਮ ਦੇ ਅਧੀਨ ਚੱਲ ਰਿਹਾ ਸਾਰਾ ਕੁਝ। ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ। ਰਾਜਿਆਂ ਦਾ, ਜਿਹੜੇ ਦੇਵਤੇ ਨੇ ਉਹਨਾਂ ਸਾਰਿਆਂ ਦਾ ਰਾਜਾ ਜਿਹੜਾ ਇੰਦਰ ਹੈ, ਕਹਿੰਦੇ ਉਹ ਵੀ ਸਿਰ ਭਾਰ ਹੋਇਆ ਫਿਰਦਾ। ਭਾਵ ਬੱਦਲ ਵੇਖੋ ਤੁਰਿਆ ਫਿਰਦਾ। ਤੇ ਮਹਾਰਾਜ ਕਹਿੰਦੇ ਭਾਈ ਭੈ ਵਿੱਚ ਰਾਜਾ ਧਰਮ ਦੁਆਰ, ਇਹ ਧਰਮਰਾਜ ਵੀ ਉਹਦੇ ਭੈ ਵਿੱਚ ਹੈ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤ ਨ ਅੰਤ। ਇਹ ਸੂਰਜ, ਇਹ ਚੰਦਰਮਾ ਉਹਦੇ ਭੈ ਵਿੱਚ ਨੇ। ਕਹਿੰਦੇ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਪੈ ਤੈਅ ਕਰਕੇ ਕੋਈ ਅੰਤ ਨਹੀਂ, ਅਜੇ ਕਿੰਨਾ ਹੋਰ ਕਰਨਾ ਇਹਨਾਂ ਨੇ। ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆਡਾਣੇ ਆਕਾਸ਼। ਸਿੱਧੀਆਂ ਪ੍ਰਾਪਤ ਕਰਨ ਵਾਲੇ ਬੁੱਧ ਨਾਥ, ਆਪਣੇ ਆਪ ਨੂੰ ਸੁਰ ਦੇਵਤੇ ਕਹਾਉਣ ਵਾਲੇ, ਕਹਿੰਦੇ ਸਾਰੇ ਹੀ ਉਹਦੇ ਭੈ ਵਿੱਚ ਨੇ। ਭਾਈ ਇਹ ਜਿਹੜਾ ਆਕਾਸ਼ ਤਣਿਆ ਹੋਇਆ ਹੈ ਨਾ, ਸਾਨੂੰ ਨਜ਼ਰ ਆਉਂਦਾ ਹੈ, ਇਹ ਵੀ ਉਸ ਮਾਲਕ ਦੇ ਭੈ ਵਿੱਚ ਹੈ। ਇਹ ਆਕਾਸ਼ ਕਿਵੇਂ ਹੈ ਅਜੇ ਤੱਕ ਕਿਸੇ ਨੂੰ ਸਮਝ ਨਹੀਂ ਲੱਗੀ ਇਹਦੀ। ਭੈ ਵਿੱਚ ਯੋਧ ਮਹਾਬਲ ਸੂਰ, ਭੈ ਵਿੱਚ ਆਵੈ ਜਾਵੈ ਪੂਰ। ਵੱਡੇ ਵੱਡੇ ਯੋਧੇ, ਮਹਾਬਲੀ, ਸੂਰਮੇ ਸਾਰੇ ਉਸ ਪ੍ਰਭੂ ਦੇ ਭੈ ਵਿੱਚ ਨੇ। ਕਹਿੰਦੇ ਭੈ ਵਿੱਚ ਆਵੈ, ਆ ਰਹੇ ਨੇ, ਜਾ ਰਹੇ ਨੇ, ਪੂਰਾਂ ਦੇ ਪੂਰ ਇਸ ਸੰਸਾਰ ਤੇ ਆਏ। ਵੱਡੇ ਵੱਡੇ ਔਲੀਏ, ਬੜੇ ਬੜੇ ਸੂਰਮੇ, ਸਿੱਧ, ਬੁੱਧ, ਸੁਰ, ਨਾਥ ਇੱਥੋਂ ਆਏ, ਚਲੇ ਗਏ, ਕਹਿੰਦੇ ਚਲੇ ਜਾ ਰਹੇ ਨੇ। ਸਗਲਿਆਂ ਭਉ ਲਿਖਿਆ ਸਿਰ ਲੇਖ, ਕਿਉਂਕਿ ਅਖੀਰ ਵਿੱਚ ਗੁਰੂ ਨਾਨਕ ਪਾਤਸ਼ਾਹ ਆਪਣਾ ਭਾਈ ਸਾਰਿਆਂ ਉੱਤੇ ਉਸ ਮਾਲਕ ਦੇ ਭਉ ਦਾ, ਉਹਦੇ ਡਰ ਦਾ ਲੇਖ ਲਿਖਿਆ ਹੋਇਆ ਹੈ। ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਾਈ ਇੱਕੋ ਹੀ ਹੈ ਸੱਚ, ਸੱਚ ਏਕ।
ਸੱਚ ਚੱਚ ਥੱਲੇ ਔਂਕੜ ਆਉਂਦਾ ਜਦੋਂ, ਤਾਂ ਅਕਾਲ ਪੁਰਖ ਲਈ ਹੈ। ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਕਿਉਂਕਿ ਉਹ ਨਿਰਭਉ ਤੇ ਇੱਕੋ ਹੀ ਹੈ, ਬਾਕੀ ਸਾਰੇ ਉਹਦੇ ਭਉ ਥੱਲੇ ਨੇ। ਹਾਂਜੀ। ਮਹੱਲਾ ਪਹਿਲਾ। ਨਾਨਕ ਨਿਰਭਉ ਨਿਰੰਕਾਰ, ਨਿਰਭਉ ਨਿਰੰਕਾਰ। ਹੋਰ ਕੇਤੇ ਰਾਮ ਰਵਾਲ, ਕੀਤੇ ਰਾਮ ਰਵਾਲ। ਕੇਤੀਆਂ ਕੰਨ ਕਹਾਣੀਆਂ, ਕੰਨ ਕਹਾਣੀਆਂ। ਕੇਤੇ ਬੇਦ ਵਿਚਾਰ, ਕੇਤੇ ਨਚੈ ਮੰਗਤੇ, ਗਿੜ ਮੁੜ ਪੂਰੈ ਤਾਲ, बाजारी बाजार में आए कढ़े बाजार, गावे राजे रानियां, बोले आल पताल, लख टकिया के मुंदड़े, लख टकिया के हार, जित तन पाइए नानका, से तन होवे छार, ज्ञान न गलई ढूंढिए, कथना करड़ा सार, कर्म मिले ता पाइए, होर हिकमत हुक्म खुआर। महला पहला। नानक निरभਉ निरंकार, होर केते राम रवाल। केतियां कंन कहानियां, केते बेद विचार। माई ने फिर समझाया कि इक्को अकाल पुरख जो कि निरंकार है, ਉਹਦਾ ਕੋਈ ਆਕਾਰ ਨਹੀਂ ਹੈ। ਨਿਰਭਉ ਤੇ ਉਹੀ ਹੋਈ ਹੈ। ਉਹਦੇ ਦਰ ਤੇ ਅਨੇਕਾਂ ਹੀ ਰਾਮਚੰਦਰ ਵਰਗੇ, ਅਨੇਕਾਂ ਹੀ ਕ੍ਰਿਸ਼ਨ ਵਰਗੇ ਉਹਦੀ ਚਰਨ ਧੂੜ ਨੇ, ਉਹਦੇ ਸਾਹਮਣੇ ਤੁੱਛ ਨੇ। ਪਰ ਅਸੀਂ ਕੀ ਕੀਤਾ ਕਿ ਅਸੀਂ ਉਹਨਾਂ ਰਾਜਿਆਂ ਨੂੰ ਆਪਣੇ ਅਵਤਾਰ ਮੰਨ ਕੇ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਮੈਂ ਬਚਪਨ 'ਚ ਦੇਖਦਾ ਸੀ, ਜਦੋਂ ਛੋਟੇ ਛੋਟੇ ਹੁੰਦੇ ਅਸੀਂ, ਤਾਂ ਉਦੋਂ ਜਦੋਂ ਰਮਾਇਣ ਆਉਂਦੀ ਤੇ ਲੋਕ ਨਾ ਧੂਫ ਤੇ ਦੀਵੇ ਲਾ ਲੈਂਦੇ, ਟੀਵੀ ਦੇ ਦਾਲੇ ਵੀ, ਕਿਉਂਕਿ ਹੈ ਤੇ ਨਾਟਕ ਖੇਡਿਆ ਜਾ ਰਿਹਾ। ਉਹ ਨਾਟਕ ਖੇਡਣ ਵਾਲੇ ਕੀ ਉਹਨਾਂ ਵਰਗੇ ਹੋ ਸਕਦੇ ਨੇ? ਕੀ ਜਿਹੜਾ ਕ੍ਰਿਸ਼ਨ ਦਾ ਰੂਪ ਧਾਰਿਆ ਹੈ ਉਹ ਕ੍ਰਿਸ਼ਨ ਜੀ ਬਣ ਸਕਦਾ? ਜਿਹਨੇ ਰਾਮਚੰਦਰ ਦਾ ਰੂਪ ਧਾਰਿਆ ਕੀ ਉਹ ਰਾਮਚੰਦਰ ਬਣ ਸਕਦਾ? ਪਰ ਲੋਕਾਂ ਨੇ ਧਰਮ ਨੂੰ ਧੰਦਾ ਬਣਾ ਲਿਆ। ਇਸ ਕਰਕੇ ਸਿੱਖ ਧਰਮ ਦੇ ਵਿੱਚ ਇਹ ਚੀਜ਼ਾਂ ਮਨਾਈ ਹੈ। ਗੁਰੂ ਨਾਨਕ ਪਾਤਸ਼ਾਹ ਨੇ ਕਿਹਾ, ਵੇਖੋ ਕਿ ਧਰਮ ਦੇ ਖੇਤਰ ਵਿੱਚ ਕੀ ਵਾਪਰ ਰਿਹਾ ਹੈ। ਕੇਤੀਆਂ ਕੰਨ ਕਹਾਣੀਆਂ, ਇੱਥੇ ਕੰਨ, ਕੰਨ ਨਹੀਂ ਕਹਿਣਾ, ਕੰਨ, ਕਾਣ ਸ਼ਬਦ ਜਿਹੜਾ ਹੈ ਨਾ ਬਣਿਆ ਹੋਇਆ, ਕਾਣ ਕ੍ਰਿਸ਼ਨ ਨੂੰ ਕਹਿੰਦੇ ਨੇ। ਕੇਤੀਆਂ ਕੰਨ ਕਹਾਣੀਆਂ, ਕੇਤੇ ਵੇਦ ਵਿਚਾਰ। ਇੱਕ ਨਹੀਂ, ਅਨੇਕਾਂ ਹੀ ਕ੍ਰਿਸ਼ਨ ਦੀਆਂ ਕਹਾਣੀਆਂ ਬਣਾ ਦਿੱਤੀਆਂ ਗਈਆਂ, ਰਾਸ ਲੀਲਾਵਾਂ ਰਚੀਆਂ ਗਈਆਂ, ਵੇਦਾਂ ਦੇ ਵਿਚਾਰ ਸ਼ੁਰੂ ਹੋ ਗਏ। ਕੇਤੇ ਨੱਚੈ ਮੰਗਤੇ, ਗਿੜਮੜ ਪੂਰੈ ਤਾ। मेरे राम हम बारक हर प्रभ के हैं ए आणे, हम बारक हर प्रभ के हैं ए आणे।